ठीक है। सो साडे कोल हैगा नॉलेज एटीट्यूड ते वैल्यू, किसी परसन कोले नॉलेज होवे, एटीट्यूड होवे ते वैल्यूज होण, प्लस उहदे कोल स्किल होवे, तां उहदे विच ये सारे गुण ने जिहड़े आ जांदे ने। फिजियो psychological competence and behavior, positive health, प्रिवेंशन ऑफ नैगेटिव बिहेवियर। उस परसन दे कोल ना मतलब नैचुरली ये चीज़ां आ जांदियां ने, जिहदे कोल नॉलेज हुंदी है जां स्किल हुंदी है, ਉਹਨੂੰ ਸਾਈਕੋਲੋਜੀਕਲੀ ਉਹ ਬਹੁਤ ਅਵੇਅਰ ਹੋ ਜਾਂਦਾ ਹੁੰਦਾ ਹੈ, ਕੰਪੀਟੈਂਸ ਹੋ ਜਾਂਦਾ, ਉਹ ਕੰਪੀਟ ਕਰ ਸਕਦਾ ਕਿਸੇ ਨਾਲ ਵੀ, ਉਹਦੀ ਹੈਲਥ ਹੈ ਜਿਹੜੀ ਉਹ ਵੀ ਬਹੁਤ ਵਧੀਆ ਹੁੰਦੀ ਹੈ, ਤੇ ਉਹ ਨੈਗੇਟਿਵ ਬਿਹੇਵੀਅਰ ਹੈ ਜਿਹੜਾ ਟੋਟਲੀ ਕੀ ਕਰ ਦਿੰਦਾ ਹੈ, ਖਤਮ ਕਰ ਦਿੰਦਾ ਹੈ। ਲਾਈਫ ਸਕਿੱਲ ਇਨੇਬਲ ਪੀਪਲ ਟੂ ਐਕਟ ਇਨ ਵੇਜ਼ that can contribute to personal and social changes for promotion of their own health। ਸੋ ਜਿਹੜੀ ਲਾਈਫ ਸਕਿੱਲ ਹੈ ਬੇਟਾ ਇਹ ਹੋਣੀ ਬਹੁਤ ਜ਼ਰੂਰੀ ਹੈ ਸਾਡੀ ਲਾਈਫ ਦੇ ਵਿੱਚ। ਜੇ ਸਕਿੱਲ ਹੋਊਗੀ ਤਾਂ ਅਸੀਂ ਕਿਤੇ ਵੀ ਖੜ ਸਕਦੇ ਹਾਂ ਤੇ ਕਿਤੇ ਵੀ ਜਿਹੜਾ ਹੈਗਾ ਕੰਪੀਟ ਕਰ ਸਕਦੇ ਹਾਂ, ਠੀਕ ਹੈ ਨਾ। Life skill enable people to act in a way that contribute to personal and social changes for promotion of their own health and development, as well as that of communities in which they live. They are needed by individual to function effectively and constructively in society। देखो जिहड़े परसन कोल लाइफ स्किल हुंदी है, ਉਹਦੀ ਪ੍ਰਮੋਸ਼ਨ ਹੁੰਦੀ ਹੈ, ਉਹਦੀ ਹੈਲਥ ਵਧੀਆ ਹੁੰਦੀ ਹੈ, ਤੇ ਕਮਿਊਨਿਟੀ 'ਚ ਵੀ ਉਹਦਾ ਨਾਮ ਬਣਦਾ ਹੁੰਦਾ ਹੈ, ਠੀਕ ਹੈ। ਉਹ ਪ੍ਰਭਾਵਸ਼ਾਲੀ, ਉਹਦਾ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੁੰਦਾ ਹੈ। ਸੋ ਆਪਣਾ ਵਰਕ ਲਾਈਫ ਹੈ ਜਿਹੜਾ ਅਸੀਂ ਕਿਵੇਂ ਸੁਧਾਰ ਸਕਦੇ ਹਾਂ ਉਹਦੇ ਬਾਰੇ ਦੱਸਿਆ ਹੋਇਆ ਹੈ। ਇੰਪਰੂਵਿੰਗ ਵਰਕ ਲਾਈਫ improving work life in totality is crucial for organization. However, it is more vital for each individual to consciously improve one's work life and thereby ensure job satisfaction। ਸੋ ਇਹ ਸੌਖਾ ਕੰਮ ਨਹੀਂ ਹੁੰਦਾ ਕਿ ਆਪਣਾ ਵਰਕ ਹੈ ਲਾਈਫ ਹੈ ਜਿਹੜੀ ਆਪਾਂ ਨੂੰ ਇੰਪਰੂਵ ਕਰੀਏ, ਥੋੜੀ ਥੋੜੀ ਹੌਲੀ ਹੌਲੀ ਕਰਦੇ ਕਰਦੇ ਇੰਪਰੂਵਮੈਂਟ ਹੈ ਜਿਹੜੀ ਉਹ ਆਉਂਦੀ ਹੁੰਦੀ ਹੈ। Quality of work life from the perspective of employee या worker is not much about job alone but also about how it is perceived by him or her। so ਉਹ ਕਿੱਦਾਂ ਪ੍ਰੋਸੀਡ ਕਰ ਰਿਹਾ ਹੈ, ਠੀਕ ਹੈ। ਫੁਲਫਿਲਮੈਂਟ ਲਰਨਿੰਗ, ਉਹ ਸਿੱਖਣਾ ਪੈਂਦਾ, ਉਹਨੂੰ એનર્ਜੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਫੁਲਫਿਲਮੈਂਟ ਹੋਣੀ ਚਾਹੀਦੀ ਹੈ ਤੇ ਲਰਨਿੰਗ ਹੋਣੀ ਚਾਹੀਦੀ ਹੈ, ਉਹ ਸਿੱਖੇ ਹਰ ਇੱਕ ਚੀਜ਼ ਨੂੰ। ਬੇਟਾ ਤੁਹਾਡੀ ਜਿਹੜੀ ਹੋਮ ਸਾਇੰਸ ਹੈ ਇਹਦਾ ਸਿਲੇਬਸ ਚੇਂਜ ਹੋ ਚੁੱਕਿਆ ਧਰਮਿੰਦਰ। ਸੋ ਹੋਮ ਸਾਇੰਸ ਦੀ ਕਲਾਸ ਕਦੇ ਵੀ ਮਿਸ ਨਾ ਕਰਿਓ, ਹੁਣ ਜ਼ਰੂਰ ਲਾਇਆ ਕਰੋ, ਠੀਕ ਹੈ ਨਾ। each other tend to experience greater satisfaction and reward and help a person to fulfill her or own needs। ਆਪਣੀਆਂ ਉਹਦੀਆਂ ਜਿਹੜੀਆਂ ਨੀਡਸ ਨੇ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਗੁੱਡ ਕਮਿਊਨੀਕੇਸ਼ਨ ਹੋਣੀ ਚਾਹੀਦੀ ਹੈ, ਤੁਸੀਂ ਗੱਲਬਾਤ ਇੱਕ ਦੂਸਰੇ ਨਾਲ ਵਧੀਆ ਤਰੀਕੇ ਨਾਲ ਕਰ ਰਹੇ ਹੋ। ਇਟ ਇਜ਼ ਇੰਪੋਰਟੈਂਟ ਟੂ ਮੇਨਟੇਨ ਲੋਇਲਟੀ ਐਂਡ ਕਮਿਟਮੈਂਟ ਟੂ ਦ ਆਰਗੇਨਾਈਜੇਸ਼ਨ ਐਂਡ ਟੂ ਬੀ ਪ੍ਰੋਫੈਸ਼ਨਲ ਐਥੀਕਲ ਐਟ ਆਲ ਟਾਈਮ। ਅਗਰ ਤੁਸੀਂ ਕਿਸੇ ਵੀ ਜਗ੍ਹਾ ਤੇ ਕੰਮ ਕਰ ਰਹੇ ਹੋ ਤਾਂ ਤੁਹਾਡੀ ਲੋਇਲਟੀ ਹੋਣੀ ਚਾਹੀਦੀ ਹੈ, ਤੁਸੀਂ ਪ੍ਰੋਫੈਸ਼ਨਲ ਵੇ ਨਾਲ ਉੱਥੇ ਕੰਮ ਕਰੋ, ਠੀਕ ਹੈ। ਇਨਕਰੇਜ ਪਾਰਟਨਰਸ਼ਿਪ ਦੂਜਿਆਂ ਨੂੰ ਪਰਸਨਸ ਨੂੰ ਨਾਲ ਲੈ ਕੇ ਕੰਮ ਦੇ ਵਿੱਚ ਪਾਰਟਿਸਿਪੇਟ ਕਰਵਾ ਕੇ ਕੰਮ ਕਰੋ। ਐਂਡ ਵਰਕ ਐਜ਼ ਮੈਂਬਰ ਆਫ ਟੀਮ, ਠੀਕ ਹੈ। ਇੱਕ ਟੀਮ ਮੈਂਬਰ ਦੀ ਤਰ੍ਹਾਂ ਕੰਮ ਕਰੋ, ਇੱਕ ਟੀਮ ਬਣਾ ਕੇ ਕੰਮ ਕਰਾਂਗੇ ਤਾਂ ਸਾਡੀ ਸਕਿੱਲ ਹੈ ਜਿਹੜੀ ਉਹ ਇੰਪਰੂਵ ਹੋਏਗੀ। ਪੀਪਲ ਹੂ ਹੈਲਪ ਈਚ ਅਦਰ ਇਨ ਦਿਸ ਵੇ ਟੈਂਡ ਟੂ ਐਕਸਪੀਰੀਅੰਸ ਗ੍ਰੇਟਰ। ਜਦੋਂ ਕੋਈ ਵੀ ਪਰਸਨ ਹੈ ਜਿਹੜਾ ਇੱਕ ਦੂਜੇ ਦੀ ਹੈਲਪ ਕਰਦਾ ਕਿਸੇ ਵੀ ਤਰੀਕੇ ਨਾਲ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ, ਤਾਂ ਉੱਥੇ ਉਹਨਾਂ ਦੇ ਜਿਹੜੇ ਰਿਲੇਸ਼ਨ ਨੇ ਉਹ ਕਾਫੀ ਅੱਛੇ ਹੋ ਜਾਂਦੇ ਨੇ। ਉਹ ਇੱਕ ਦੂਸਰੇ ਦੇ ਪ੍ਰਤੀ ਸਤਿਕਾਰ ਪੈਦਾ ਹੁੰਦਾ ਮਨ ਦੇ ਵਿੱਚ, ਠੀਕ ਹੈ। ਸੈਟਿਸਫੈਕਸ਼ਨ ਹੁੰਦੀ ਹੈ ਕਿਸੇ ਦੀ ਹੈਲਪ ਕਰਕੇ। ਇੰਟਰੈਕਸ਼ਨ ਵਿਦ ਅਦਰ ਸ਼ੁੱਡ ਜਨਰੇਟ ਰਿਜ਼ਲਟ ਫॉर ਮਿਊਚੁਅਲ ਬੈਨੀਫਿਟ। ਜਦੋਂ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਲੈ ਕੇ ਚੱਲਦੇ ਹਾਂ, ਸਾਰਿਆਂ ਦੀ ਹੈਲਪ ਕਰਦੇ ਹਾਂ, ਇੱਕ ਦੂਸਰੇ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ ਆਪਣੇ ਕੰਮ ਦੇ ਉੱਪਰ, ਤਾਂ ਉੱਥੇ ਸਾਨੂੰ ਮਿਊਚੁਅਲ ਬੈਨੀਫਿਟ ਹੁੰਦੇ ਆ। ਇਟ ਇਜ਼ ਵਾਈਜ਼ ਟੂ ਰਿਸਪੋਂਸਿਵ ਟੂ ਸਿਚੁਏਸ਼ਨ ਨੋਟ ਰਿਐਕਟਿਵ। ਤਾਂ ਇਹ ਕੀ ਹੋ ਜਾਂਦਾ ਸਿਆਣਾ, ਇੱਥੇ ਇੱਕ ਸਿਆਣੀ ਗੱਲ ਇਹ ਹੈ ਕਿ ਰਿਸਪੋਂਸਿਵ ਹੋਵੋ, ਜਿੱਥੇ ਵੀ ਤੁਸੀਂ ਹੈਗੇ ਹੋ ਤਾਂ ਤੁਹਾਨੂੰ
ਰਿਸਪੌਂਸਿਵ ਹੋਣ ਦੀ ਜ਼ਰੂਰਤ ਹੈ। ਰਿਸਪੌਂਸਿਬਿਲਿਟੀ ਹੈ ਜਿਹੜੀ ਤੁਹਾਡੀ, ਜਿਹੜੇ ਕੰਮ ਦੀ ਤੁਸੀਂ ਉਹਨੂੰ ਲਿਆ ਹੈ ਤਾਂ ਉਹਨੂੰ ਪੂਰੀ ਕਰੋ। ਫੋਰ ਐਗਜ਼ਾਮਪਲ, ਵੈਨ ਫੇਸਡ ਵਿਦ reprimand at work by a senior, it is appropriate to respond by examining the situation drastically and calmly rather than react with the justification and emotional outburst। ठीक है, ਤਾਂ ਸਾਨੂੰ ਜਿਹੜਾ ਹੈਗਾ ਉੱਥੇ ਇਹ ਤਰੀਕਾ ਰਵੱਈਆ ਅਪਣਾਉਣਾ ਚਾਹੀਦਾ ਹੈ ਵੀ ਜੇ ਕੋਈ ਵੀ ਗੱਲ ਹੋ ਰਹੀ ਹੈ ਤਾਂ ਉਹਨੂੰ ਕਾਮਲੀ ਸਮਝ ਕੇ ਧਿਆਨ ਦੇ ਨਾਲ ਉਹਨੂੰ ਪੂਰਾ ਕਰਨਾ ਚਾਹੀਦਾ ਹੈ, ਕਿ ਨਾ ਕਿ ਉੱਥੇ ਇਮੋਸ਼ਨਸ ਨੂੰ ਆਪਾਂ ਅੱਗੇ ਲੈ ਕੇ ਆਈਏ। ਫਲੈਕਸੀਬਿਲਿਟੀ flexibility, adaptability and problem solving attitude and skill are core abilities। ਕੋਈ ਵੀ ਪਰਸਨ ਹੈ ਜਿਹੜਾ ਟਾਈਮ ਦੇ ਅਕੋਰਡਿੰਗ ਫਲੈਕਸੀਬਲ ਹੋ ਜਾਂਦਾ ਹੈ ਤੇ ਅਡੈਪਟੇਬਿਲਿਟੀ, ਜਿੱਦਾਂ ਦਾ ਵੀ ਇਨਵਾਇਰਮੈਂਟ ਹੈ ਉਹਨੂੰ ਐਕਸੈਪਟ ਕਰ ਲੈਂਦਾ ਹੈ ਤੇ ਹਰ ਇੱਕ ਪ੍ਰੋਬਲਮ ਨੂੰ ਸੋਲਵਿੰਗ ਦੇ, ਪ੍ਰੋਬਲਮ ਦਾ ਸੋਲਿਊਸ਼ਨ ਲੱਭਣ ਦੇ ਲਈ ਆਪਣਾ ਜਿਹੜਾ ਹੈਗਾ ਦਿਮਾਗ ਲਗਾਉਂਦਾ ਹੈ, ਤਾਂ ਉਹਦਾ ਜਿਹੜਾ ਹੈਗਾ ਸਿਸਟਮ ਅਲੱਗ ਹੀ ਹੁੰਦਾ ਹੈ। ਇਨ ਦਾ ਵਰਕ ਇਨ ਵੈਦਰ ਯੂ ਆਰ ਸੈਲਫ ਇੰਪਲਾਇਡ ਔਰ ਵਰਕਿੰਗ। ਸੋ ਇਹ ਗੁਣ ਨੇ ਜਿਹੜੇ ਹੋਣੇ ਜ਼ਰੂਰੀ ਨੇ। ਬੀ ਗੁੱਡ ਸਿਟੀਜ਼ਨ ਐਂਡ ਕ੍ਰੀਏਟ ਹੈਲਦੀ ਕਮਿਊਨਿਟੀ ਅਰਾਊਂਡ ਯੂ। ਗੁੱਡ ਸਿਟੀਜ਼ਨ ਬਣ ਕੇ ਆਪਣੇ ਆਲੇ ਦੁਆਲੇ ਹੈਲਦੀ ਕਮਿਊਨਿਟੀ ਪੈਦਾ ਕਰੋ ਕਿ ਤੁਹਾਡੇ ਆਲੇ ਜਿਹੜੇ ਲੋਕ ਨੇ ਉਹ ਵੀ ਚੰਗੇ ਨੇ, ਵਧੀਆ ਨੇ। ਠੀਕ ਹੈ, people who follow these tips tend to attract like-minded persons together. They can often create a community of like-minded folks who strive to get the job done while serving everybody's needs for job satisfaction. Be a good citizen within your ਆਰਗੇਨਾਈਜੇਸ਼ਨ। ਠੀਕ ਹੈ, ਤਾਂ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ, ਜੌਬ ਸਕਿੱਲ ਦੀ ਗੱਲ ਕਰ ਰਹੇ ਹਾਂ ਬੇਟਾ, ਵੀ ਜਦੋਂ ਤੁਸੀਂ ਕਿਤੇ ਵੀ ਜੌਬ ਕਰਦੇ ਹੋ ਤਾਂ ਉੱਥੇ ਤੁਹਾਡੀਆਂ ਸਕਿੱਲਸ ਕਿੱਦਾਂ ਦੀਆਂ ਹੋਣੀਆਂ ਚਾਹੀਦੀਆਂ ਨੇ। ਤੁਸੀਂ ਇੱਕ ਹੈਲਦੀ ਇਨਵਾਇਰਮੈਂਟ ਕ੍ਰੀਏਟ ਕਰੋਗੇ, ਆਲੇ ਦੁਆਲੇ ਸਭ ਦੀ ਹੈਲਪ ਕਰੋਗੇ। ਠੀਕ ਹੈ, ਜੇ ਕੋਈ ਪ੍ਰੋਬਲਮ ਆਉਂਦੀ ਹੈ ਉਹਦਾ ਸੋਲਿਊਸ਼ਨ ਲੱਭੋਗੇ। ਠੀਕ ਹੈ, ਉਹਨੂੰ ਡਰਨਾ ਨਹੀਂ ਹੈਗਾ ਉੱਥੇ। ਤੇ ਤਾਂ ਏਦਾਂ ਦਾ ਜਿਹੜਾ ਹੈਗਾ ਮਾਈਂਡ ਸੈਟ ਬਣਾ ਕੇ ਅਗਰ ਕੋਈ ਚੱਲਦਾ ਤਾਂ ਉਹਨੂੰ ਕਦੇ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ। ਠੀਕ ਹੈ, ਆਪਣੀ ਜੌਬ ਦੇ ਉੱਪਰ। ਲਰਨ ਫਰੋਮ ਦ ਲੈਸਨ ਆਫ ਲਾਈਫ। Job satisfaction is all about taking those day-to-day challenges, pressure and upsetting situation and turning them into lesson that allow you to grow and move on as better। ਦੇਖੋ ਬੇਟਾ, ਸਾਡੀ ਲਾਈਫ ਦੇ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਨੇ, ਚਾਹੇ ਕੋਈ ਪਰਸਨ ਕੋਈ ਕੰਮ ਕਰਦਾ ਹੈ, ਚਾਹੇ ਉਹ ਸਟੂਡੈਂਟ ਹੈ, ਡੇਲੀ ਕੋਈ ਵੀ ਪਰਸਨ ਹੈ, ਅਗਰ ਉਹਦੀ ਲਾਈਫ ਦੇ ਵਿੱਚ ਜੋ ਵੀ ਪਹਿਲਾਂ ਹੋ ਚੁੱਕੇ ਆ ਤਾਂ ਉਹਨੂੰ ਉਹ ਤੋਂ ਸਿੱਖਿਆ ਲੈ ਕੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਕਰਨਾ ਚਾਹੀਦਾ ਹੈ, ਲੈਸਨ ਸਮਝ ਕੇ ਉਹਨੂੰ ਨਾਲ ਲੈ ਕੇ ਚੱਲਣਾ ਚਾਹੀਦਾ। ਇਹ ਨਹੀਂ ਹੈਗਾ ਕਿ ਉਹਦੇ ਬਾਰੇ ਸੋਚਦੇ ਰਹੋ, ਐਜ਼ ਅ ਲੈਸਨ ਆਪਣੀ ਲਾਈਫ ਦੇ ਵਿੱਚ ਉਹਨੂੰ ਸੈੱਟ ਕਰਨਾ ਚਾਹੀਦਾ। ਠੀਕ ਹੈ, ਤਾਂ ਕਿ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਗਰੋ ਕਰ ਸਕੋ। ਸੋ ਲਾਈਫ ਤੇ ਆਪਣਾ ਜਿਹੜਾ ਹੈਗਾ ਵਰਕ, ਇਹਦੇ ਵਿੱਚ ਜਿਹੜਾ ਬੈਲੈਂਸ ਬਣਾ ਕੇ ਰੱਖਣਾ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ ਰਾਜੇ। ਇਹ ਰਾਜੇ NCERT ਬੁੱਕ ਹੀ ਹੈਗੀ। ਠੀਕ ਹੈ, ਉਹਦੇ ਚੋਂ ਹੀ ਮੈਂ ਪੜ੍ਹਾ ਰਹੀ ਹਾਂ ਤੁਹਾਨੂੰ। ਮੇਰੇ ਕੋਲ PDF ਹੈ ਇਹਦਾ, ਤੇ ਮੈਂ ਤੁਹਾਨੂੰ ਇਹ ਗਰੁੱਪ ਦੇ ਵਿੱਚ ਵੀ ਸੈਂਡ ਕੀਤੇ ਨੇ। ਸੋ ਪਲੀਜ਼ ਇਹਨਾਂ ਨੂੰ ਜ਼ਰੂਰ ਪੜ੍ਹ ਲਿਓ ਤੇ ਤੁਹਾਨੂੰ YouTube ਤੇ ਇਹਦੀਆਂ ਵੀਡੀਓਜ਼ ਵੀ ਮਿਲ ਜਾਣਗੀਆਂ। ਇਹ ਚੈਪਟਰ ਦਾ ਨਾਮ ਭਰੋਗੇ ਨਾ ਜੇ ਤੁਸੀਂ, ਵਰਕ ਲਾਈਵਲੀਹੁੱਡ ਐਂਡ ਕਰੀਅਰ, ਠੀਕ ਹੈ, ਤਾਂ ਤੁਹਾਨੂੰ ਬਹੁਤ ਕੁਝ ਮਿਲ ਜਾਏਗਾ। ਸੋ ਪਲੀਜ਼ ਇਹਨੂੰ ਸਮਝਣਾ ਹੈ। ਅਸੈਂਸ਼ੀਅਲ ਸੌਫਟ ਸਕਿੱਲ ਐਟ ਵਰਕ ਪਲੇਸ। ਸੌਫਟ ਸਕਿੱਲ ਕਿਹੜੀਆਂ ਹੁੰਦੀਆਂ ਨੇ ਰਾਜੇ? Working productively. The work applies effective work habits and attitude in his her job and task. This requires sufficient knowledge, skill and expertise as well as experience. Soft skill ਦਾ ਮਤਲਬ ਕੀ ਹੈ? ਵੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਉੱਥੋਂ ਤੁਸੀਂ ਡੇਲੀ ਸਿੱਖਦੇ ਹੋ। ਠੀਕ ਹੈ, ਸਕਿੱਲ ਸਿੱਖਦੇ ਹੋ ਨਵੀਂ ਜਿਹੜੀ ਤੁਹਾਡੇ ਚ ਕੀ ਕਰਦੀ ਹੈ, ਤੁਹਾਨੂੰ ਗਰੋ ਕਰਨ ਚ ਹੈਲਪ ਕਰੇਗੀ। Learning effectively. Every individual requires some necessary skills in reading, writing and computing as well as skills in acquiring information within the
field and ability to use learning tools and strategies। देखो require ਇਹਦੀ ਜ਼ਰੂਰਤ ਹੁੰਦੀ ਹੈ ਰਾਜੇ ਸਿੱਖਣ ਦੀ, ਪੜ੍ਹਨ ਦੀ, ਲਿਖਣ ਦੀ ਤੇ ਕੰਪਿਊਟ ਕਰਨ ਦੀ, ਕੰਪਿਊਟਿੰਗ ਐਜ਼ ਵੈਲ ਸਕਿੱਲ। ਤਾਂ ਇਹ ਸਕਿੱਲਸ ਨੇ ਜਿਹੜੀਆਂ ਇਹ ਹੋਣੀਆਂ ਜ਼ਰੂਰੀ ਨੇ ਕਿਸੇ ਵੀ ਪਰਸਨ ਦੀਆਂ ਜੌਬ ਦੇ ਉੱਪਰ। equally essential is the motivation to work hard and update oneself to keep pace with the advances development in one's field in order to be acclaimed renowned in the field। ठीक है जी। communicating clearly, ਤੇ ਜਦੋਂ ਵੀ ਤੁਸੀਂ ਕੁਝ ਵੀ ਕਮਿਊਨੀਕੇਟ ਕਰ ਰਹੇ ਹੋ, ਕਮਿਊਨੀਕੇਟ ਦਾ ਮਤਲਬ ਹੁੰਦਾ ਹੈ ਦੂਸਰੇ ਨੂੰ ਆਪਣੀ ਗੱਲ ਰੱਖਣੀ, ਠੀਕ ਹੈ, ਦੂਸਰੇ ਪਰਸਨ ਤੱਕ ਆਪਣੀ ਗੱਲ ਪਹੁੰਚਾਉਣੀ। ਅਪਲਾਈ ਐਪਰੋਪਰੀਏਟ ਰਾਈਟਿੰਗ, ਸਪੀਕਿੰਗ ਐਂਡ ਲਿਸਨਿੰਗ ਸਕਿੱਲ। ਜੇ ਤੁਸੀਂ ਲਿਖ ਕੇ ਕੋਈ ਮੈਸੇਜ ਦੇ ਰਹੇ ਹੋ ਤਾਂ ਉਹ ਕਲੀਅਰ ਕੱਟ ਮੈਸੇਜ ਹੋਣਾ ਚਾਹੀਦਾ। ਜੇ ਤੁਸੀਂ ਬੋਲ ਕੇ ਦੱਸ ਰਹੇ ਹੋ ਤਾਂ ਵੀ ਉਹ ਕਲੀਅਰ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਪਰਸਨ ਆਪਣੇ ਅਕੋਰਡਿੰਗ ਕੋਈ ਹੋਰ ਗੱਲ ਸਮਝ ਲੇ, ਠੀਕ ਹੈ ਜੀ। ਐਂਡ ਲਿਸਨਿੰਗ ਸਕਿੱਲ, ਤੇ ਉਹਨੂੰ ਸੁਣਨ ਦੀ, ਕੋਈ ਤੁਹਾਨੂੰ ਕੀ ਕਹਿ ਰਹੇ ਹੈ, ਕਿਸੇ ਦਾ ਆਈਡੀਆ, ਕਿਸੇ ਦੀ ਓਪੀਨੀਅਨ ਤੁਸੀਂ ਕਿਵੇਂ ਸੁਣਦੇ ਹੋ, ਉਹ ਵੀ ਸਕਿੱਲ ਹੈ ਜਿਹੜੀ ਉਹ ਹੋਣੀ ਜ਼ਰੂਰੀ ਹੈ। ਵਰਕਿੰਗ ਕੋਆਪਰੇਟਿਵਲੀ, ਕੋਆਪਰੇਸ਼ਨ ਨਾਲ ਕੰਮ ਕਰਨਾ ਇੱਕ ਦੂਸਰੇ ਨਾਲ। ਜਦੋਂ ਵੀ ਕਿਸੇ ਨੂੰ ਦੂਸਰੇ ਨੂੰ ਪ੍ਰੋਬਲਮ ਆ ਗਈ, ਅਗਲਾ ਹੈਲਪ ਮੰਗ ਰਿਹਾ ਤੁਹਾਡੀ, ਤਾਂ ਤੁਸੀਂ ਉਹਨੂੰ ਜ਼ਰੂਰ ਹੈਲਪ ਕਰੋਗੇ, ਠੀਕ ਹੈ। ਜਿੱਥੇ ਵੀ ਕੋਈ ਇਨਫੋਰਮੇਸ਼ਨ ਦੇਣ ਵਾਲੀ ਇੱਕ ਦੂਸਰੇ ਨੂੰ ਇਨਫੋਰਮੇਸ਼ਨ ਹੈ ਜਿਹੜੀ ਉਹ ਦੋਗੇ। ਤੇ ਇਹਨੂੰ ਬੋਲਦੇ ਆਪਾਂ ਵਰਕਿੰਗ cooperatively। thinking critically and creatively, every successful person apply the principle and strategies of analytical thinking। analytical thinking ਕੀ ਹੁੰਦੀ ਹੈ ਬੇਟਾ, ਜਿਸ ਦੇ ਵਿੱਚ ਆਪਾਂ ਦੋਨੇ ਪੱਖਾਂ ਤੋਂ ਸੋਚਦੇ ਹਾਂ, ਠੀਕ ਹੈ। ਤੁਹਾਨੂੰ ਕੋਈ ਆ ਕੇ ਕਹਿ ਰਿਹਾ ਕਿਸੇ ਪਰਸਨ ਦੇ ਬਾਰੇ ਚ ਬੁਰਾ, ਠੀਕ ਹੈ, ਤੁਸੀਂ ਵੀ ਉਹਨੂੰ ਬੁਰਾ ਕਹਿਣ ਲੱਗ ਗਏ ਨਾਲ ਦੀ ਨਾਲ ਸੁਣਦੇ ਸਾਰ ਹੀ, ਠੀਕ ਹੈ। ਉਹ ਇਹ ਏਦਾਂ ਨਹੀਂ ਹੋਣਾ ਚਾਹੀਦਾ। ਇੱਕ ਜਿਹੜਾ ਪੜ੍ਹਿਆ ਲਿਖਿਆ ਪਰਸਨ ਹੈ, ਰੈਸ਼ਨਲ ਪਰਸਨ ਹੁੰਦਾ ਹੈ, ਉਹ ਸੋਚਦਾ ਵੀ ਇਹ ਅੱਜ ਮੇਰੇ ਕੋਲ ਇਹਨੂੰ ਉਸ ਤਰ੍ਹਾਂ ਕਹਿ ਰਿਹਾ, ਪਰ ਮੈਂ ਤਾਂ ਕਦੇ ਹੋਰ ਕਿਸੇ ਸੁਣਿਆ ਨਹੀਂ, ਜਾਂ ਮੈਂ ਤਾਂ ਕਦੇ ਦੇਖਿਆ ਕਿਹੜੀਆਂ ਹੋਣੀਆਂ ਜ਼ਰੂਰੀ ਨੇਗੀਆਂ। ਇਸ ਤੋਂ ਬਾਅਦ ਆ ਗਿਆ ਬੱਚੇ ਨੇ ਹਰ ਇੱਕ ਜ਼ਰੂਰ ਤੇ ਸਮਝ ਲੈਣਾ ਹੈ। ਉਸ ਤੋਂ ਬਾਅਦ ਟੌਪਿਕ ਹੈਗਾ ਬੱਚੇ ਆਪਣਾ ਵਰਕ ਐਥਿਕ ਐਂਡ ਡਿਗਨਿਟੀ ਆਫ ਲੇਬਰ।
ਡਿਗਨਿਟੀ ਦਾ ਮਤਲਬ ਇੱਥੇ ਆਪਾਂ ਰੱਖਾਂਗੇ ਰਾਜੇ ਕਿ ਕਿਸੇ ਦੀ ਵੈਲਿਊ, ਠੀਕ ਹੈ, ਕਿਸੇ ਪਰਸਨ ਦੀ ਵੈਲਿਊ ਉਹਦੇ ਕੰਮ ਤੇ। ਵਰਕ ਵੈਦਰ ਅ ਪੇਡ ਜੌਬ ਔਰ ਅਨਪੇਡ ਵਰਕ ਇਨ ਦ ਹੋਮ ਐਜ਼ ਅ caregiver on or in a volunteer capacity is fundamental to human nature. Every human being is infinitely worthy. However, in modern time, wealth is being given more importance. ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਕੋਈ ਵੀ ਇਨਸਾਨ ਹੈ ਰਾਜੇ, ਉਹਦੀ ਆਪਣੀ ਵੈਲਿਊ ਹੈ, ਠੀਕ ਹੈ, ਚਾਹੇ ਉਹ ਘਰੇ ਕੰਮ ਕਰਨ ਵਾਲਾ ਪਰਸਨ ਹੈ, ਚਾਹੇ ਉਹ ਬਾਹਰ ਜੌਬ ਕਰ ਰਿਹਾ, ਹਰ ਇੱਕ ਬੰਦੇ ਦੀ ਜਿਹੜੀ ਹੈਗੀ ਆ ਆਪਣੀ ਇੱਕ ਆਪਾਂ ਕਹਿ ਦਈਏ ਵੈਲਿਊ ਹੁੰਦੀ ਹੈ। ਐਵਰੀ ਇਨਫਿਨਿਟੀ ਵੈਲਿਊ, ਬਹੁਤ ਜ਼ਿਆਦਾ ਵੈਲਿਊ ਹੁੰਦੀ ਹੈ। ਵਟ ਐਵਰ ਦਾ ਟਾਈਪ ਆਫ ਵਰਕ ਡਨ, ਅੱਜ ਦੇ ਟਾਈਮ ਦੇ ਵਿੱਚ ਕਹਿੰਦੇ ਮਾਡਰਨ ਟਾਈਮ ਦੇ ਵਿੱਚ ਜਿਹੜਾ ਪੈਸਾ ਹੈ, ਜਿਹੜੀ ਵੈਲਥ ਹੈ, ਉਹ ਧਨ ਕੀ ਹੋ ਗਿਆ, ਜ਼ਿਆਦਾ ਇੰਪੋਰਟੈਂਟ ਹੋ ਗਿਆ ਕਿਹਦੇ ਨਾਲੋਂ, ਇਨਸਾਨਾਂ ਦੇ ਨਾਲੋਂ। whatever the type of work done or the position held, financial status, every person deserve respect. ਹਰ ਇੱਕ ਪਰਸਨ ਨੂੰ ਰਿਸਪੈਕਟ ਹੈ ਜਿਹੜੀ ਉਹ ਦੇਣੀ ਚਾਹੀਦੀ ਹੈ। ਜਿੱਦਾਂ ਆਪਾਂ ਦੇਖਦੇ ਹਾਂ ਨਾ, ਬਹੁਤ ਸਾਰੇ ਲੋਕ ਸਟੇਟਸ ਪਾਉਂਦੇ ਨੇ, ਗਿਵ ਰਿਸਪੈਕਟ, ਟੇਕ ਰਿਸਪੈਕਟ, ਠੀਕ ਹੈ, ਤਾਂ ਰਿਸਪੈਕਟ ਦਿਓ ਤੇ ਰਿਸਪੈਕਟ ਲਓ। ਹਰ ਇੱਕ ਇਨਸਾਨ ਦੀ ਰਿਸਪੈਕਟ ਹੈ ਜਿਹੜੀ ਉਹ ਹੋਣੀ ਜ਼ਰੂਰੀ ਹੈ। The Universal Declaration of Human Rights state that all human beings are born free, ਠੀਕ ਹੈ, ਇਕੁਅਲ ਇਨ ਡਿਗਨਿਟੀ ਐਂਡ ਰਾਈਟਸ। ਸਾਰੇ ਹਿਊਮਨਸ ਨੂੰ ਬਰਾਬਰ ਜਿਹੜੇ ਹੈਗੇ ਨੇ ਅਧਿਕਾਰ ਮਿਲੇ ਨੇ, ਤੇ ਸਾਰਿਆਂ ਦੀ ਬਰਾਬਰ ਕੀ ਹੈ, ਸੈਲਫ ਰਿਸਪੈਕਟ ਹੈ। Every individual through his or her share of work, however big or small, contribute to betterment of society, ਠੀਕ ਹੈ। ਤਾਂ ਹਰ ਇੱਕ ਪਰਸਨ ਹੈ ਜਿਹੜਾ ਆਪਣੇ ਕੰਮ ਦੇ ਨਾਲ ਕੀ ਕਰ ਰਿਹਾ, ਆਪਣੀ ਕੰਟਰੀ ਦੇ ਤੇ ਕੰਟਰੀਬਿਊਸ਼ਨ ਕਰ ਰਿਹਾ ਆਪਣੀ ਸੁਸਾਇਟੀ ਨੂੰ ਬੈਟਰ ਬਣਾਉਣ ਦੇ ਲਈ। Dignity of labor means that person takes pride in whatever she or he does. Abraham Lincoln was the son of farmer and rose from a penniless boy to become president of United States of America. ਵੀ ਉਹਨਾਂ ਦੇ ਘਰ ਇੱਕ ਰੁਪਈਆ ਨੇ, ਪਰ ਇੱਕ ਦਿਨ ਉਹ ਕੀ ਬਣ ਗਿਆ, ਅਮਰੀਕਾ ਦਾ ਰਾਸ਼ਟਰਪਤੀ ਬਣ ਗਿਆ। ਮਹਾਤਮਾ ਗਾਂਧੀ was a shining example of dignity of labor. He did sweeping, cleansing and cleaning in his ashram in ਦਾ ਆਪਣੇ ਆਸ਼ਰਮ ਨੂੰ ਸਾਫ਼ ਕਰਦਾ ਸੀ। ਰਿਸਪੈਕਟ ਇੱਕ ਇਨਸਾਨ ਦੀ ਹੋਣੀ ਚਾਹੀਦੀ ਹੈ, ਉਹ ਚਾਹੇ ਉਹ ਜਿਹੜਾ ਮਰਜ਼ੀ ਕੰਮ ਕਰ ਰਿਹਾ ਹੋਵੇ। ਸੋ ਇਹ ਸਾਡਾ ਪਹਿਲਾ ਫਰਜ਼ ਹੈ, ਅਸੀਂ ਰਿਸਪੈਕਟ ਦਈਏ, ਠੀਕ ਹੈ, ਹਰ ਇੱਕ ਇਨਸਾਨ ਨੂੰ। In this context, it is necessary to remember that whatever a person does should be driven by values ਤੇ ethics. Values ਤੇ ethics ਕੀ ਹੁੰਦੇ ਨੇ ਰਾਜੇ, ਕਿ ਆਪਾਂ ਕਿਸੇ ਚੀਜ਼ ਨੂੰ ਸੋਚ ਸਮਝ ਕੇ ਕਰੀਏ। ਕੋਈ ਵੈਲਿਊ ਹੁੰਦੀ ਹੈ, ਹਰ ਇੱਕ ਚੀਜ਼ ਦੀ ਆਪਣੀ ਆਪਣੀ ਵੈਲਿਊ ਹੁੰਦੀ ਹੈ। ਤੇ ਵੈਲਿਊ ਐਂਡ ਐਥਿਕ ਪ੍ਰੋਵਾਈਡ ਬਿਹੇਵੀਅਰਲ ਰੂਲਸ। ਵੈਲਿਊਜ਼ ਆਰ ਬਲੀਫ, ਪ੍ਰੈਫਰੈਂਸਿਸ, ਅਜ਼ੰਪਸ਼ਨ। ਵੈਲਿਊ ਕੀ ਹੁੰਦੀਆਂ ਨੇ ਰਾਜੇ, ਬਲੀਫ ਹੁੰਦੇ ਨੇ, ਇੱਕ ਧਾਰਨਾਵਾਂ ਹੁੰਦੀਆਂ ਨੇ, ਜਾਂ ਪਹਿਲ ਕਦਮੀ ਹੁੰਦੀ ਹੈ, ਜਾਂ ਆਸਥਾ ਹੁੰਦੀ ਹੈ। ਵਟ ਇਜ਼ ਡਿਜ਼ਾਇਰੇਬਲ ਫॉर ਗੁੱਡ, ਡਿਜ਼ਾਇਰੇਬਲ ਔਰ ਗੁੱਡ ਫॉर ਹਿਊਮਨ। ਕਿਸੇ ਵੀ ਇਨਸਾਨ ਦੀ ਅਗਰ ਅਸੀਂ ਵੈਲਿਊ ਕਰਦੇ ਹਾਂ ਨਾ, ਤਾਂ ਇਹ ਬਹੁਤ ਚੰਗੀ ਗੱਲ ਹੁੰਦੀ ਹੈ। ਆਪਾਂ ਕਹਿੰਦੇ ਹਾਂ ਰਾਜੇ ਵੀ ਗੋਰੇ ਕਿਸੇ ਵੱਲ ਧਿਆਨ ਨਹੀਂ ਦਿੰਦੇ ਹੈਗੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿਸੇ ਦਾ, ਬਟ ਉਹਨਾਂ ਦੇ ਮਨ ਦੇ ਵਿੱਚ ਜਿਹੜੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ। ਉਹ ਜਾਨਵਰਾਂ ਦਾ ਵੀ ਬਹੁਤ ਪਿਆਰ ਕਰਦੇ ਨੇ, ਠੀਕ ਹੈ, ਵਾਤਾਵਰਨ ਨੂੰ ਵੀ ਬਹੁਤ ਪਿਆਰ ਕਰਦੇ ਨੇ, ਤੇ ਇਨਸਾਨਾਂ ਨੂੰ ਵੀ ਇਨਸਾਨ ਸਮਝਦੇ ਨੇ, ਠੀਕ ਹੈ ਨਾ। ਇਹ ਚੀਜ਼ ਹੈ ਜਿਹੜੀ ਉਹਨਾਂ ਦੀ ਆਪਣੇ ਨਾਲੋਂ ਬਹੁਤ ਜ਼ਿਆਦਾ ਅਲੱਗ ਹੈ। There are 6 important values: service, social justice, dignity, worth of all person, importance of human relationship ਤੇ integrity. ਸੋ ਇਹ ਸਾਰੇ ਨੇ ਜਿਹੜੇ ਵੈਲਿਊਜ਼ ਦੇ ਵਿੱਚ ਆਉਂਦੇ ਨੇ। ਐਥਿਕ ਕੀ ਹੁੰਦੇ ਬੱਚੇ? Ethics are a formal system or set of rules which are explicitly adopted by a group of people. Professional ethic, medical ethic. Ethic can be defined the rules. Ethic ਕੀ ਹੁੰਦੇ ਬੱਚੇ? Rules ਹੁੰਦੇ ਆ। ਇਹ ਰੂਲਸ ਹੁੰਦੇ ਇਹ ਬਣਾਏ ਜਾਂਦੇ ਆ ਕਿ ਇਹਨਾਂ ਰੂਲਸ ਨੂੰ ਸਾਡੀ ਜਿਹੜੀ
ਆਪਾਂ ਕਹਿ ਦਈਏ यूनिट है वो फॉलो करूगी, ठीक है। सो बच्चे एथिक्स की हुंदे ने, रूल्स हुंदे ने कि असी ने इन्हां दे मुताबिक ही चलना हुंदा है, ठीक है। In all work setting, generic norms of ethics and dignity are applicable. However, young worker, children and senior citizen, as well as female workforce are special group, and their presence in workplace has many implications and ramifications in terms of their own quality of life, well as society at large. So राजी यहाँ थोड़े ये भी एथिक ते डिग्निटी बारे गल कर रहे हैं, ਤਾਂ ਤੁਹਾਨੂੰ ਰਿਵਿਊ ਕੁਐਸਚਨਸ ਦਿੱਤੇ ਹੋਏ ਨੇ ਰਾਜੇ, ਜੇ ਤੁਸੀਂ ਚਾਹੋ ਤਾਂ ਇਹਦੇ ਸਕਰੀਨਸ਼ਾਟ ਲੈ ਸਕਦੇ ਹੋ, ਜਾਂ ਫਿਰ ਤੁਹਾਡੇ ਮੈਂ ਸੈਂਡ ਕੀਤਾ ਹੋਇਆ ਪਹਿਲੀ ਟੌਪਿਕ ਸਾਰਾ, ਉਹਦੇ ਵਿੱਚੋਂ ਪੜ੍ਹ ਸਕਦੇ ਹੋ। ਵਾਟ ਇਜ਼ ਦ ਮੇਨ ਬਾਈ ਡਿਗਨਿਟੀ ਆਫ ਲੇਬਰ, ਕਿ ਤੁਸੀਂ ਰਿਸਪੈਕਟ ਕਰਨੀ ਹੈ, ਇਹ ਨਹੀਂ ਹੈਗਾ ਵੀ ਉਸ ਆਪਾਂ ਕਹਾਂਗੇ ਇਹ ਤਾਂ ਮਜ਼ਦੂਰ ਨੇ, ਇਹਨਾਂ ਨੂੰ ਕੁਛ ਮਰਜ਼ੀ ਕਹਿ ਲਓ, ਠੀਕ ਹੈ। explain briefly the role of values in active professional life। professional life ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਨੇ ਰਾਜੇ ਵੈਲਿਊਜ਼, ਕਿ ਜੇ ਤੁਸੀਂ ਉਸ ਤੋਂ ਬਾਅਦ ਹੈਗਾ ਰਾਜੇ ਪਰਫਾਰਮੈਂਸ, ਕ੍ਰੀਏਟੀਵਿਟੀ ਐਂਡ ਇਨੋਵੇਸ਼ਨ। performance can be explained as accomplish of a given task. Generally performance is measured against standard of accuracy। performance अपना बेटा एक चीज ये टॉपिक रहने दिंदे आपां, ज्यादा इंपॉर्टेंट नहीं हैगा। जॉब सेटिस्फेक्शन भी नहीं है। work and environment workplace। ਸੋ ਰਾਜੇ ਇਹ 'ਚ ਐਕਸਟਰਾ ਟੌਪਿਕ ਜ਼ਿਆਦਾ ਦਿੱਤੇ ਹੋਏ ਨੇ, ਆਪਾਂ ਨੂੰ ਧਿਆਨ ਨਾਲ ਕਰਨੇ ਪੈਣਗੇ, ਨਵੀਂ ਬੁੱਕ ਹੈ। ਸੋ ਜਿਹੜੇ ਜਿਹੜੇ ਇੰਪੋਰਟੈਂਟ ਟੌਪਿਕ ਨੇ ਉਹ ਹੀ ਕਰਾਂਗੇ ਆਪਾਂ। ਅੱਗੇ ਆ ਗਿਆ ਜੀ ਆਪਣਾ ਟੌਪਿਕ ਐਰੋਗਨੋਮਿਕ। ਐਰੋਗਨੋਮਿਕਸ is the study of a human at work in order to understand the
complex interrelationship of people with their job requirement। ठीक है, ਉਹਨਾਂ ਦਾ ਆਪਣੇ ਕੰਮ ਤੇ ਕਿਹੋ ਜਿਹਾ ਜਿਹੜਾ ਹੈਗਾ ਬਿਹੇਵੀਅਰ ਹੈ, ਰਿਲੇਸ਼ਨਸ਼ਿਪ ਕਿਹੋ ਜਿਹਾ ਆਪਣੇ ਕੰਮ ਦੇ ਨਾਲ। ਐਰੋਗਨੋਮਿਕ ਇਜ਼ ਡਰਾਈਵਡ ਫਰੋਮ 2 ਗ੍ਰੀਕ ਵਰਕ ਐਰੋਗਨ ਤੇ ਨੋਮਿਕਸ। ਐਰੋਗਨ ਹੁੰਦਾ ਬੱਚੇ ਵਰਕ ਨੈਚੁਰਲ ਲਾਅ ਤੇ ਨੋਮਿਕਸ ਹੁੰਦੇ ਨੇ ਨੈਚੁਰਲ ਲਾਜ਼। ਇਟ ਮੇ also be spoken as human factors engineering। In short, ergonomic is the study of work with the primary goal being to adapt the work environment to the worker। ठीक है, the objective of generate working condition are not hazardous to human health। ਜਿੱਥੇ ਤੁਸੀਂ ਕੰਮ ਕਰਵਾ ਰਹੇ ਹੋ ਨਾ, ਆਪਣੀ ਫੈਕਟਰੀ ਦੇ ਵਿੱਚ ਕਰਵਾ ਰਹੇ ਹੋ, ਆਪਣੇ ਘਰ ਦੇ ਵਿੱਚ ਕਰਵਾ ਰਹੇ ਹੋ, ਕਿਤੇ ਵੀ ਤੁਸੀਂ ਕਿਸ ਤੋਂ ਕੰਮ ਕਰਵਾ ਰਹੇ ਹੋ ਤਾਂ ਉਹ hazardous environment ਨਹੀਂ ਹੋਣਾ ਚਾਹੀਦਾ। ਇਹ ਨਾ ਹੋਵੇ ਕਿ ਉਹ ਬੰਦਾ ਪੈਸੇ ਦੇ ਲਾਲਚ ਦੇ ਵਿੱਚ ਕੰਮ ਕਰਨ ਲੱਗ ਜਾਵੇ, ਬਾਅਦ ਚ ਉਹਦੀ ਸਿਹਤ ਕੀ ਹੋ ਜਾਏ, ਬਿਲਕੁਲ ਖਤਮ ਹੀ ਹੋ ਜਾਵੇ ਤੇ ਉਹਦੀ ਸਿਹਤ ਨੂੰ ਖਤਰਾ ਹੋ ਜਾਵੇ। ਐਰੋਗਨੋਮਿਕ ਇਜ਼ ਐਡਜਸਟਮੈਂਟ ਆਫ ਹਿਊਮਨ ਐਂਡ ਮਸ਼ੀਨ। ਤਾਂ ਇੱਥੇ ਕੀ ਕਰੋਗੇ, ਹਿਊਮਨ ਤੇ ਮਸ਼ੀਨ ਦੀ ਤੁਸੀਂ ਐਡਜਸਟਮੈਂਟ ਕਰੋਗੇ। ਇਟ ਇਨਵੋਲਵ ਐਪਲੀਕੇਸ਼ਨ ਆਫ ਹਿਊਮਨ ਬਾਇਓਲੋਜੀਕਲ ਸਾਇੰਸਿਸ ਕੰਬਾਈਨਡ ਵਿਦ ਇੰਜੀਨੀਅਰਿੰਗ ਸਾਇੰਸ ਟੂ ਅਚੀਵ ਆਪਟੀਮਮ ਮਿਊਚੁਅਲ ਐਡਜਸਟਮੈਂਟ ਆਫ ਹਿਊਮਨ ਵਰਕ। ਤੁਸੀਂ ਮਸ਼ੀਨਾਂ ਦਾ ਸਹਾਰਾ ਲੈਂਦੇ ਹੋਏ ਲੋਕਾਂ ਤੋਂ ਜਾਂ ਲੇਬਰ ਤੋਂ ਕਹਿ ਲਈਏ ਆਪਾਂ, ਜਾਂ ਹਿਊਮਨ ਤੋਂ ਕੰਮ ਲਓਗੇ ਤੇ with the benefit being measured in the terms of human efficiency and well-being। ਮਸ਼ੀਨਾਂ ਕੰਮ ਕਰਨਗੀਆਂ, ਮਸ਼ੀਨਾਂ ਤੋਂ ਕੰਮ ਕੌਣ ਕਰਾਏਗਾ, ਹਿਊਮਨ। ਕਿਸ ਦੇ ਨਾਲ, ਆਪਣੀ ਐਫੀਸ਼ੀਐਂਸੀ ਤੇ ਵੈਲਬੀਂਗ ਦੇ ਨਾਲ। Tools, machines and workstation are designed to fit the work so that stress and problem reduce stress and health problems। ठीक है जी, वर्क स्टेशन इस तरह डिजाइन किए जाते हैं कि लोग ਜਿਹੜੇ ਕੋਈ ਪਰਸਨ, ਜਿਹੜੇ ਕੋਈ ਮੁਲਾਜ਼ਮ ਉੱਥੇ ਕੰਮ ਕਰਨਗੇ, ਉਹਨਾਂ ਦੀ ਸਟ੍ਰੈਸ ਹੈ ਜਿਹੜੀ ਉਹ ਰਿਡਿਊਸ ਹੋ ਜਾਵੇ ਤੇ ਸਿਹਤ ਦੀਆਂ ਪ੍ਰੋਬਲਮਸ ਵੀ ਨਾ ਹੋਣ। ਐਰੋਗਨੋਮਿਕ ਸਮਝ ਲੱਗ ਗਿਆ ਰਾਜੇ ਕੀ ਹੁੰਦਾ, ਕਿ ਵਰਕ ਪਲੇਸ ਤੇ ਤੁਸੀਂ ਕਿਹੋ ਜਿਹਾ এনवायरमेंट ਦੇ ਰਹੇ ਹੋ। यूज ऑफ एर्गोनॉमिक इन द वर्कप्लेस इज इंपॉर्टेंट। इंप्रूव सेफ्टी ते हेल्थ ਨੂੰ ਤੁਸੀਂ ਇੰਪਰੂਵ ਕਰੋਗੇ। ਠੀਕ ਹੈ, ਜੇ ਤੁਸੀਂ ਮਾਲਕ ਹੋ, ਜਿਹੜੇ ਉੱਥੇ ਲੇਬਰ ਕੰਮ ਕਰਨ ਆਊਗੀ ਜਾਂ ਜਿਹੜੇ ਕਰਮਚਾਰੀ ਕੰਮ ਕਰ ਰਹੇ ਨੇ ਉਹਨਾਂ ਦੇ ਲਈ। ਇੰਪਰੂਵਿੰਗ ਜੌਬ ਇਫੈਕਟਿਵਨੈਸ ਬਾਈ ਇਨਕਰੀਜ਼ਿੰਗ ਪ੍ਰੋਡਕਟਿਵਿਟੀ, ਰਿਡਿਊਸਿੰਗ ਐਰਰਸ, ਐਲੀਮੀਨੇਟਿੰਗ ਰਿਡਿਊਸਿੰਗ ਇੰਜਰੀਜ਼। ਤੇ ਪ੍ਰੋਡਕਟਿਵਿਟੀ ਹੈ ਜਿਹੜੀ ਉਹ ਇਨਕਰੀਜ਼ ਹੋਊਗੀ, ਇਫੈਕਟਿਵਨੈਸ ਵਧਾਓਗੇ ਤੁਸੀਂ। ਇਫੈਕਟਿਵਨੈਸ ਹੁੰਦੀ ਹੈ ਸਹੀ ਟਾਈਮ ਤੇ ਕੰਮ ਕਰਨਾ। ਠੀਕ ਹੈ, ਸੋ ਛੋਟੇ ਛੋਟੇ ਟੌਪਿਕ ਨੇ ਰਾਜੀ, ਜੇ ਧਿਆਨ ਨਾਲ ਪੜੋਗੇ ਤਾਂ ਕੁਐਸਚਨ ਇਹਨਾਂ ਚੋਂ ਬੜੇ ਲੈਂਥੀ ਨਹੀਂ ਬਣਦੇ। ਇੰਪਰੂਵਿੰਗ ਜੌਬ ਇਫੈਕਟਿਵਨੈਸ, ਇਨਕਰੀਜ਼ਿੰਗ ਜੌਬ ਸੈਟਿਸਫੈਕਸ਼ਨ ਥਰੂ ਕੰਫਰਟੇਬਲ ਵਰਕਿੰਗ ਕੰਡੀਸ਼ਨ। ਤੁਸੀਂ ਜਿਹੜੇ ਵੀ ਪਰਸਨ ਤੋਂ ਕੰਮ ਲੈ ਰਹੇ ਹੋ ਤਾਂ ਉਹਦੀ ਵਰਕਿੰਗ ਕੰਡੀਸ਼ਨ ਨੇ ਜਿਹੜੀਆਂ ਉਹ ਸਹੀ ਹੋਣੀਆਂ ਚਾਹੀਦੀਆਂ ਨੇ। ਠੀਕ ਹੈ, ਬੈਨੀਫਿਟਸ ਨੇ ਰਾਜੇ ਇਹਦੇ, ਰਿਡਿਊਸ ਰਿਸਕ ਆਫ ਇੰਜਰੀ, ਇਨਕਰੀਜ਼ ਪ੍ਰੋਡਕਟਿਵਿਟੀ, ਰਿਡਿਊਸ ਮਿਸਟੇਕਸ। ਠੀਕ ਹੈ, ਇਨਕਰੀਜ਼ ਐਫੀਸ਼ੀਐਂਸੀ। ਐਫੀਸ਼ੀਐਂਸੀ ਦਾ ਮਤਲਬ ਕੀ ਹੈ, ਖਰਚਾ ਘੱਟ ਹੋਵੇ ਤੇ ਕੰਮ ਕੀ ਹੋਵੇ, ਟਾਈਮ ਸਿਰ ਤੇ ਵਧੀਆ ਪੂਰਾ ਹੋਵੇ। ਡਿਕਰੀਜ਼ ਐਬਸੈਂਟਿਜ਼ਮ ਡਿਊ ਟੂ ਹੈਲਥ ਐਕਸੀਡੈਂਟ ਜਾਂ ਸਟ੍ਰੈਸ, ਇੰਪਰੂਵ ਮੋਰਲ ਵਰਕਰਸ। ਠੀਕ ਹੈ ਰਾਜੀ, ਸੋ ਇਹ ਸਾਰੇ ਸੀਗੇ ਐਰੋਗਨੋਮਿਕ ਦੇ ਬਾਰੇ ਵਿੱਚ, ਕਿ ਵਰਕ ਪਲੇਸ ਤੇ ਤੁਸੀਂ ਜਿਹੜੇ ਲੋਕਾਂ ਤੋਂ ਕੰਮ ਲੈ ਰਹੇ ਹੋ ਉਹਨਾਂ ਨੂੰ ਕਿਹੋ ਜਿਹਾ এনवायरमेंट ਪ੍ਰੋਵਾਈਡ ਕਰੋਗੇ। ਕਿਤੇ ਜ਼ਿਆਦਾ ਉਹਨਾਂ ਦੀ ਸਿਹਤ ਨੂੰ ਖਤਰਾ ਤਾਂ ਨਹੀਂ, ਕਿਤੇ ਇਹ ਤਾਂ ਨਹੀਂ ਕਿ ਉਹ ਸਟ੍ਰੈਸ 'ਚ ਹੀ ਨੇ ਹਰ ਵਕਤ, ਫਿਰ ਵੀ ਕੰਮ ਵਧੀਆ ਨਹੀਂ ਹੋਏਗਾ। ਠੀਕ ਹੈ ਨਾ, ਸੋ ਇਹਦਾ ਰਾਜੇ ਮੀਨਿੰਗ ਸੀਗਾ, ਡੈਫੀਨੇਸ਼ਨ ਸੀ, ਇਹਦੀ ਡੈਫੀਨੇਸ਼ਨ ਸੀਗੀ, ਇਹਦੀ ਨੀਡ ਤੇ ਬੈਨੀਫਿਟ ਸੀਗੇ, ਬਸ ਆਹੀ 1.5 ਪੇਜ ਦਾ ਸੀ। ਉਸ ਤੋਂ ਬਾਅਦ ਸੀਗਾ ਰਾਜੇ ਆਪਣਾ ਟੌਪਿਕ ਹੈਗਾ ਐਂਟਰਪ੍ਰੇਨਿਓਰ, ਤੇ ਪਹਿਲਾ ਲੈਸਨ ਬੇਟਾ ਆਪਣਾ ਖਤਮ ਹੋ ਜਾਣਾ ਹੈ। Entrepreneur is the act of creating a new and innovation enterprise, product or service. The function of entrepreneur is to change the pattern of production or design of product। Entrepreneur ਕੀ ਹੁੰਦਾ ਹੈ, ਕੋਈ ਚੀਜ਼ ਹੈ ਉਹਦੇ ਡਿਜ਼ਾਈਨ ਦੇ ਵਿੱਚ ਕੋਈ ਨਵੀਂ ਤਕਨੀਕ ਵਰਤ ਕੇ, ਨਵੀਂ ਚੀਜ਼ ਲਿਆ ਕੇ ਉਹਨੂੰ ਤੁਸੀਂ ਮੋਡੀਫਾਈ ਕਰਕੇ ਲੋਕਾਂ ਦੇ ਸਾਹਮਣੇ ਲੈ ਕੇ ਆਓਗੇ, ਉਹ ਕੀ ਬਣ ਜਾਂਦਾ ਐਂਟਰਪ੍ਰੇਨਿਓਰ। ਜਾਂ ਹੋਰ ਕਿਹੜੀ ਹੋਰ ਕੀ ਕਹਿੰਦੇ ਉਹਨੂੰ ਆਪਾਂ ਸਿੰਪਲ ਲੈਂਗੁਏਜ 'ਚ, ਬਿਜ਼ਨਸਮੈਨ। ਠੀਕ ਹੈ,
एंटरप्रेन्योर इज अ पर्सन, सेकंड पैरा ते आ जाओ बेटा, एन is a person who can take risk for converting a novel idea into reality। ਉਹਦੇ ਦਿਮਾਗ 'ਚ ਜਿਹੜਾ ਇੱਕ ਆਈਡੀਆ ਆਇਆ ਹੈ ਉਹਨੂੰ ਰਿਐਲਿਟੀ 'ਚ ਕਨਵਰਟ ਕਰਤਾ, ਉਹ ਕੀ ਹੁੰਦਾ ਹੈ ਐਂਟਰਪ੍ਰੇਨਿਓਰ। ਹੁਣ ਇੰਡੀਆ ਦੇ ਐਂਟਰਪ੍ਰੇਨਿਓਰ ਕਿਹੜੇ ਕਿਹੜੇ ਨੇ? ਮਿਸਟਰ ਨਾਰਾਇਣ ਮੂਰਤੀ, JRD ਟਾਟਾ, ਧੀਰੂਭਾਈ ਅੰਬਾਨੀ, ਇਹ ਕੁਝ ਕੁ ਨਾਮ ਨੇ ਜਿਨ੍ਹਾਂ ਦੇ ਮਾਈਂਡ 'ਚ ਆਈਡੀਆ ਆਇਆ ਤੇ ਉਹਨਾਂ ਨੇ ਇੰਪਲੀਮੈਂਟ ਕੀਤਾ ਤੇ ਅੱਜ ਉਹ ਦੁਨੀਆ ਤੇ ਜਾਣੇ ਜਾਂਦੇ ਨੇ। ਠੀਕ ਹੈ, ਕਰੈਕਟਰਿਸਟਿਕਸ ਕੀ ਨੇ एंटरप्रेन्योर दे? विलिंगनेस टू वर्क हार्ड, ਜਿਹੜਾ एंटरप्रेन्योर ਹੁੰਦਾ ਨਾ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਹੈ। ਨੌਲੇਜ ਐਂਡ ਸਕਿੱਲ ਆਫ ਪਲੈਨਿੰਗ ਕਰਦਾ, ਉਹ ਸਕਿੱਲ ਆਫ ਮੈਨੇਜਮੈਂਟ, ਫਾਈਨਾਂਸ, ਪੈਸੇ ਨੂੰ, ਸਾਰੀਆਂ ਚੀਜ਼ਾਂ ਨੂੰ ਬਹੁਤ ਧਿਆਨ ਦੇ ਨਾਲ ਯੂਜ਼ ਕਰਦਾ ਹੈ। ਠੀਕ ਹੈ, ਪੈਸਾ ਤਾਂ ਬਹੁਤ ਦੁਨੀਆ ਚੱਕੀ ਫਿਰਦੀ ਹੈ ਪਰ ਉਹਨੂੰ ਕਿਹੜੀ ਜਗ੍ਹਾ ਤੇ ਲਾਉਣਾ ਹੈ ਤਾਂ ਐਂਟਰਪ੍रेन्योर ਨੂੰ ਹੀ ਪਤਾ ਹੁੰਦਾ ਹੈ। ਸੋ ਆ ਸਾਰੀਆਂ ਰਚੀ हैविंग इनकरेज, रिस्क लैण दी एबिलिटी हुंदी है, बहुत सारे काम इकट्ठे करदे ने ते ओह पुराणियां गलतियां तो सिखदा है। एबिलिटी टू डील विद टफ इशू, जे कोई टफ टाइम आ जांदा ओह ਉਹਦੇ ਨਾਲ ਆਰਾਮ ਨਾਲ ਡੀਲ ਕਰ ਸਕਦਾ। ਐਬਿਲਿਟੀ ਟੂ ਕੋਪ ਵਿਦ ਸੈਟਬੈਕਸ, ਡਿਵੈਲਪ ਪਾਰਟਨਰਸ਼ਿਪ। ਸੋ ਬੱਚੇ ਇਹ ਸਾਰਾ ਕੁਝ ਸੀਗਾ ਜਿਹੜਾ ਆਪਣਾ ਫਸਟ ਚੈਪਟਰ ਹੈ ਉਹ ਖਤਮ ਹੈ ਤੇ ਆਪਾਂ ਇਹਦੇ ਕੁਐਸਚਨ ਆਨਸਰ ਨੇ ਜਿਹੜੇ ਹੁਣ ਕਰਾਂਗੇ। ਠੀਕ ਹੈ ਨਾ, ਫਸਟ ਟੌਪਿਕ ਹੈਜ਼ ਬੀਨ ਕੰਪਲੀਟਡ। See you in next class. Thank you for attending the class.